ਵਾਹਿਗੁਰੂ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਆਕਾਰ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਿਤਾ ਜੀਉ ਪਿੰਡ ਸਭ ਤੇਰਾ, ਤੂੰ ਅੰਤਰਜਾਮੀ ਪੁਰਖ ਭਗਵਾਨ। ਦਾਸਣ ਦਾਸ ਕਹੈ ਜਨ ਨਾਨਕ, ਜਿਹਾ ਤੂੰ ਕਰਾਹੇ ਤਿਹਾ ਹਉ ਕਰੀ ਵਖਿਆਣ। ਗੁਰ ਨਾਨਕ ਪਦ ਪੰਕਜ ਬੰਦਨ ਪਾਦ, ਪੰਕਜ ਬੰਦਨ ਸਿਮਰਉ ਅੰਗਦ ਦੁਖ ਨਿਕੰਦਨ। ਗੁਰ ਅਮਰਦਾਸ ਹਿਰਦੈ ਨਿਤ ਧਿਆਉ, ਹਿਰਦੈ ਨਿਤ ਧਿਆਉ। ਗੁਰ ਰਾਮਦਾਸ ਗੁਣ ਗਾਉ, ਗੁਰ ਅਰਜਨ ਬਿਘਨ ਕੇ ਨਾਸਕ, ਬਿਘਨ ਕੇ ਨਾਸਕ। ਗੁਰ ਹਰਗੋਬਿੰਦ ਸ਼ੁਭ ਸੁਮਤਿ ਪ੍ਰਕਾਸ਼ਕ। ਸ਼੍ਰੀ ਹਰਿ ਰਾਇ ਨਮੋ ਕਰ ਜੋਰੀ, ਨਮੋ ਕਰ ਜੋਰੀ। ਸ਼੍ਰੀ ਹਰਿ ਕ੍ਰਿਸ਼ਨ ਨਾਮ ਬਾਹੁਰੀ। ਗੁਰੂ ਤੇਗ ਬਹਾਦਰ ਪਰਮ ਕਿਰਪਾਲਾ ਜੀ, ਪਰਮ ਕਿਰਪਾਲਾ। ਗੁਰ ਗੋਬਿੰਦ ਸਿੰਘ ਬਿਸਾਲਾ, ਤਰੁ ਤਾਰਾ ਪਰ ਪੁਨ ਪੁਨ ਸੀਸਾ ਜੀ, ਪੁਨ ਪੁਨ ਸੀਸਾ। ਬੰਦੋ ਬਾਰ ਬਾਰ ਜਗਦੀਸ਼ਾ, ਤਰੁ ਤਾਰਾ ਪਰ ਪੁਨ ਪੁਨ ਸੀਸਾ ਜੀ, ਪੁਨ ਪੁਨ ਸੀਸਾ। ਬੰਦੋ ਬਾਰ ਬਾਰ ਜਗਦੀਸ਼ਾ। ਜਿਸ ਮਹਿ ਅੰਮ੍ਰਿਤ ਗਿਆਨ ਹੈ, ਮਾਣਕ ਭਗਤ ਬੈਰਾਗ। ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ, ਬੰਦੋ ਕਰ ਅਨੁਰਾਗ। ਏਕ ਓੰਕਾਰਾ ਸਤਿਗੁਰੂ, ਜਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ, ਬਿਘਨ ਬਿਨਾਸਨ ਸੋਏ। ਏਕ ਓੰਕਾਰਾ ਸਤਿਗੁਰੂ, ਜਿਹ ਪ੍ਰਸਾਦ ਸਚ ਹੋਏ।
ਵਾਹਿਗੁਰੂ ਜੀ ਕੀ ਫਤਿਹ ਹੈ। ਬਿਗਨ ਬਿਨਾਸਨ ਸੋਏ। ਵਾਹਿਗੁਰੂ ਜੀ ਦੋਹਰਾ। ਸ੍ਰੀ ਗੁਰ ਕਿਰਪਾ ਨਿਧਾਨ ਸੁਣ, ਲਖ ਕੈ ਸੁਧ ਅਧਿਕਾਰ। ਨਿਰਣੈ ਕੀਨਸ ਬ੍ਰਹਮ ਕੋ, ਤਿਸ ਪ੍ਰਤ ਬਾਕ ਉਚਾਰ। ਪਰਮ ਸਨਮਾਨਯੋਗ ਸਤਿਗੁਰੂ, ਚਵਰ ਛਤਰ ਤਖਤ ਦੇ ਮਾਲਕ, ਹਾਜ਼ਰਾ ਹਜੂਰ, ਜਾਹਰਾ ਜਹੂਰ ਸ਼ਬਦ ਗੁਰੂ, ਜੁਗੋਂ ਜੁਗ ਅਟਲ ਸਤਿਗੁਰੂ, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਸਤਸੰਗੀ ਜਨੋ, ਆਪ ਜੀ ਵੱਡੇ ਭਾਗਾਂ ਵਾਲੇ ਹੋ ਜੋ ਸਤਿਕਾਰਯੋਗ ਧੰਨ ਮਾਤਾ ਰਾਜ ਕੌਰ ਜੀ ਦੇ ਪਾਵਨ ਅਸਥਾਨ ਗੁਰਦੁਆਰਾ ਮੰਜੀ ਸਾਹਿਬ ਵਿਖੇ ਸ਼ਾਮਾਂ ਦੇ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਰਹੇ ਹੋ। ਆਓ ਰੋਜ਼ਾਨਾ ਦੀ ਤਰ੍ਹਾਂ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਚੱਲ ਰਹੀ ਲੜੀਵਾਰ ਇਤਿਹਾਸ ਕਥਾ ਦੇ ਨਾਲ ਅਗਲੇਰੀ ਸਾਂਝ ਪਾਉਣ ਤੋਂ ਪਹਿਲਾਂ ਅਸੀਸ ਬਖਸ਼ਿਸ਼ ਕਰੋ ਜੀ। ਰਸਨਾ ਨੂੰ ਕਰੋ ਪਵਿੱਤਰ, ਜਿਤਨੇ ਵੀ ਜੁੜ ਬੈਠੇ ਹੋ ਲਵਾਓ ਹਾਜ਼ਰੀ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ। ਸ੍ਰੀ ਗੁਰ ਕਿਰਪਾ ਨਿਧਾਨ ਸੁਣ, ਲਖ ਕੈ ਸੁਧ ਅਧਿਕਾਰ। ਨਿਰਣੈ ਕੀਨਸ ਬ੍ਰਹਮ ਕੋ, ਤਿਸ ਪ੍ਰਤ ਬਾਕ ਉਚਾਰ। ਕਵਿਰਾਜ ਕਵੀ ਸੰਤੋਖ ਸਿੰਘ ਜੀ ਅਗਲਾ ਅਧਿਆਇ ਨੰਬਰ 35 ਸ਼ੁਰੂ ਕਰਦੇ ਲਿਖ ਰਹੇ ਨੇ ਕਿ ਜਿਵੇਂ ਕੱਲ੍ਹ ਆਪ ਜੀ ਨੇ ਪਿਛਲੇ ਪ੍ਰਕਰਨਾਂ ਵਿੱਚ ਸਰਵਣ ਕੀਤਾ ਸੀ, ਸੰਤੋਖ ਸਰ ਦੇ ਵਿੱਚੋਂ ਮੱਠ ਨਿਕਲਿਆ, ਮੱਠ ਦੇ ਵਿੱਚੋਂ ਜੋਗੀ ਨਿਕਲਿਆ, ਔਰ ਉਸ ਜੋਗੀ ਨੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਚਰਨ ਪਕੜੇ ਤੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਦੇ ਕੁਝ ਸਵਾਲ ਪੁੱਛੇ ਕਿ ਸਤਿਗੁਰੂ ਜੀ ਬ੍ਰਹਮ ਕੀ ਹੈ? ਜਿਹੜਾ ਬ੍ਰਹਮ ਸਾਰਿਆਂ ਦੇ ਵਿੱਚ ਇੱਕੋ ਜਿਹਾ ਹੈ, ਉਸ ਬ੍ਰਹਮ ਨੂੰ ਕਿਵੇਂ ਦੇਖਿਆ ਜਾਏ, ਕਿਵੇਂ ਜਾਣਿਆ ਜਾਏ? ਜੇ ਸਾਰੇ ਹੀ ਆਤਮ ਸਰੂਪ ਨੇ, ਫਿਰ ਉਹ ਆਤਮਾ ਕਦੇ ਜੰਮਦੀ ਨਹੀਂ, ਮਰਦੀ ਨਹੀਂ। ਅੰਦਰ ਨੂੰ ਕਿਵੇਂ ਪਛਾਣੀਏ ਕਿਸੇ ਆਤਮ ਸਰੂਪ ਹੈ? ਔਰ ਸਵਾਲ ਤੀਸਰਾ ਕੀਤਾ, ਜਿਹੜੇ ਗਿਆਨਵਾਨ ਨੇ ਉਹ ਸਭ ਕਹਿੰਦੇ ਨੇ ਸੰਸਾਰ, ਇਹ ਜਗਤ ਝੂਠਾ ਹੈ, ਪਰ ਜਗਤ ਦੇ ਲੋਕ ਜਿਹੜੇ ਇਹਨੂੰ ਸੱਚਾ ਮੰਨਦੇ ਨੇ, ਗਿਆਨਵਾਨ ਇਹਨੂੰ ਝੂਠਾ ਮੰਨਦੇ ਨੇ। ਤੇ ਸਤਿਗੁਰੂ ਜੀ ਕਿਰਪਾ ਕਰਕੇ ਇਹਨਾਂ ਸਵਾਲਾਂ ਦੇ ਜਵਾਬ ਦਿਓ। ਬ੍ਰਹਮ ਦੀ ਪਛਾਣ ਕਿਵੇਂ ਕਰੀਏ? ਹੁਣ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਅਗਲੇ ਅਧਿਆਇ ਦੇ ਵਿੱਚ ਉਸ ਜੋਗੀ ਦੇ ਸਾਰੇ ਸਵਾਲਾਂ ਦਾ ਜਵਾਬ ਦਿੰਦੇ ਨੇ ਕਿ ਸ੍ਰੀ ਗੁਰ ਕਿਰਪਾ ਨਿਧਾਨ ਸੁਣ, ਲਖ ਕੈ ਸੁਧ ਅਧਿਕਾਰ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਜੋਗੀ ਦੇ ਸਵਾਲ ਸੁਣੇ ਔਰ ਇਸ ਜੋਗੀ ਨੂੰ ਅਧਿਕਾਰੀ ਜਾਣ ਕੇ ਕਿ ਇਹਨਾਂ ਸਵਾਲਾਂ ਦਾ ਇਹ ਜਵਾਬ ਲੈਣ ਦਾ ਹੱਕਦਾਰ ਹੈ। ਔਰ ਇਵੇਂ ਦੇ ਸਵਾਲ ਅਸਲ ਵਿੱਚ ਕਰ ਉਹੀ ਸਕਦਾ ਜਿਨ੍ਹਾਂ ਨੇ ਕੋਈ ਨਾ ਕੋਈ ਕਮਾਈ ਕੀਤੀ ਹੋਵੇ। ਹੁਣ ਤੁਸੀਂ ਸੁਣਿਆ ਨਾ, ਕਮਾਈ ਤਾਂ ਬੜੀ ਕੀਤੀ, ਸਾਧਨਾ ਤਾਂ ਬੜੀ ਕੀਤੀ, ਪਰ ਪੂਰਾ ਗੁਰੂ ਨਾਮ ਮਿਲਣ ਕਰਕੇ ਉਸ ਬ੍ਰਹਮ ਦੀ ਪਛਾਣ ਹੋਈ ਨਹੀਂ। ਨਿਰਣੈ ਕੀਨਸ ਬ੍ਰਹਮ ਕੋ, ਤਿਸ ਪ੍ਰਤ ਬਾਕ ਉਚਾਰ। ਹੁਣ ਅਸਲ ਵਿੱਚ ਬ੍ਰਹਮ ਦਾ ਨਿਰਣਾ ਕਰਨ ਵਾਸਤੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਉਸ ਜੋਗੀ ਨੂੰ, ਉਸ ਮੁਨੀ ਨੂੰ ਉਪਦੇਸ਼ ਦਿੰਦਿਆਂ ਹੋਇਆਂ ਫਿਰ ਬਚਨ ਕਹੇ। ਭਉ ਜੋਗੇਸ਼ਵਰ ਅਚਰਜ ਹੈ, ਅਕਹੇ ਬ੍ਰਹਮ ਕੋ ਕਿਮ ਕੋ ਕਹੈ। ਸਤਿਗੁਰੂ ਧੰਨ ਗੁਰੂ ਅਰਜਨ ਦੇਵ ਜੀ ਕਹਿੰਦੇ ਨੇ, ਇਹ ਜੋਗੇਸ਼ਵਰ, ਇਹ ਜੋਗੀ, ਇਹ ਜਿਹੜੇ ਸਵਾਲ ਤੂੰ ਪੁੱਛੇ ਨੇ ਨਾ, ਹੈ ਬੜੇ ਅਚਰਜ ਔਰ ਇਹ ਆਮ
ਸੰਗਤ ਦੇ ਆਮ ਲੋਕਾਂ ਦੇ ਸਮਝ ਵਿੱਚ ਆਉਣ ਵਾਲੇ ਵੀ ਨਹੀਂ। ਜਿਹੜੇ ਸਵਾਲ ਕੀਤੇ ਨੇ ਸਵਾਲ ਹੀ ਅਨੋਖੇ ਨੇ, ਬੜੇ ਅਚਰਜ ਨੇ ਕਿ ਤੂੰ ਉਹਦੇ ਬਾਰੇ ਪੁੱਛਿਆ ਉਹ ਰੱਬ ਜਿਹੜਾ ਅਕਹੇ ਬ੍ਰਹਮ ਕੋ, ਜਿਹੜਾ ਬ੍ਰਹਮ ਕਥਨ ਤੋਂ ਪਰੇ ਹੈ, ਕਿਮ ਕੋ ਕਹੇ, ਜਿਹੜੇ ਰੱਬ ਦੀ ਕਥਾ ਹੀ ਨਹੀਂ ਹੋ ਸਕਦੀ, ਜਿਹੜਾ ਕਥਨ ਤੋਂ ਬਾਹਰ ਹੈ, ਉਸ ਰੱਬ ਬਾਰੇ ਕੋਈ ਕਿਵੇਂ ਕਵੇ। ਔਰ ਤੂੰ ਉਸੇ ਰੱਬ ਬਾਰੇ ਪੁੱਛਿਆ ਹੈ। ਨਾਮ ਅਗੋਚਰ ਭਾਖਤ ਤਾਹੇ, ਕਿਸੇ ਰਖੇਕ ਵਿਸ਼ਾ ਕਬ ਨਾਹੇ। ਉਸ ਪ੍ਰਮਾਤਮਾ ਦਾ ਨਾਮ ਹੀ ਅਗਮ ਅਗੋਚਰ ਹੈ। ਅਗਮ ਅਗੋਚਰ ਜਿਹੜਾ ਇੰਦਰੀਆਂ ਦੇ ਪਹੁੰਚ ਤੋਂ ਪਰੇ ਹੈ, ਗਿਆਨ ਇੰਦਰੀ ਤੋਂ ਤੱਕ ਪਹੁੰਚ ਕਰ ਹੀ ਨਹੀਂ ਸਕਦੇ, ਕਿਉਂਕਿ ਰੱਬ ਨੂੰ ਵੇਖਣਾ, ਰੱਬ ਨੂੰ ਜਾਣਨਾ ਇਹ ਇੰਦਰੀਆਂ ਦਾ ਤਾਂ ਵਿਸ਼ਾ ਹੀ ਨਹੀਂ। ਕਿਉਂਕਿ ਆਪਾਂ ਜੋ ਕੁਛ ਬਾਹਰ ਵੇਖਣੇ ਇਹ ਇੰਦਰੀਆਂ ਨਾਲ ਵੇਖ ਰਹੇ, ਇਹ ਅੱਖਾਂ ਦੋ ਇੰਦਰੀ ਨੇ, ਪਰ ਰੱਬ ਨੂੰ ਵੇਖਣਾ, ਰੱਬ ਨੂੰ ਜਾਣਨਾ ਇਹ ਇੰਦਰੀਆਂ ਦਾ ਵਿਸ਼ਾ ਹੀ ਨਹੀਂ, ਇੰਦਰੀ ਤੋਂ ਤੱਕ ਪਹੁੰਚ ਹੈ ਹੀ ਨਹੀਂ। ਤਉ ਜਨਾਵਣ ਸਿੱਖਣ ਕਾਰਨ, ਕਰਨਾ ਕਰ ਗੁਰ ਕਰਹਿ ਉਚਾਰਨ। ਸਤਿਗੁਰੂ ਕਹਿੰਦੇ ਨੇ ਫਿਰ ਵੀ ਭਾਈ ਸ਼ਰਨ ਵਿੱਚ ਆਇਆ ਹੈ ਔਰ ਸਿੱਖਾਂ ਨੂੰ ਵੀ ਸਮਝਾਉਣਾ ਹੈ। ਆਪਣੇ ਸਿੱਖਾਂ ਨੂੰ ਜੋਗੀ ਜੀ ਉਪਦੇਸ਼ ਦੇਣ ਵਾਸਤੇ ਉਸ ਰੱਬ ਨੂੰ ਕਥਿਆ ਨਹੀਂ ਜਾ ਸਕਦਾ, ਪਰ ਜਿੰਨਾ ਕੁ ਕਥਨ ਕੀਤਾ ਜਾਏ ਉਹਨਾਂ ਕੁ ਕਰਕੇ ਤੁਹਾਨੂੰ ਸਮਝਾਉਂਦੇ ਹਾਂ। ਰਚੇ ਸਮਗਰੇ ਜੋ ਮਨ ਆਪਣੇ, ਸਤਿਆ ਪ੍ਰਤੀਤ ਹੋਤ ਸਭ ਸੁਪਨੇ। ਕਹਿੰਦੇ ਸੰਸਾਰ ਇਸ ਤਰ੍ਹਾਂ ਦਾ ਹੈ ਕਿ ਜਿਵੇਂ ਕੋਈ ਆਪਣੇ ਮਨ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਸਮੱਗਰੀ ਇਕੱਠੀ ਕਰਦਾ ਹੈ। ਸਮੱਗਰੀ ਤੋਂ ਭਾਵ ਕੀ? ਵਿਚਾਰ। ਉਹ ਵਿਚਾਰ ਮਾੜੇ ਵੀ ਹੋ ਸਕਦੇ ਨੇ, ਚੰਗੇ ਵੀ ਹੋ ਸਕਦੇ ਨੇ। ਜਿਵੇਂ ਮਨ ਨੇ ਉਹ ਸਮੱਗਰੀ ਆਪਣੇ ਅੰਦਰ ਇਕੱਠੀ ਕੀਤੀ, ਹੈ ਕੁਝ ਨਹੀਂ, ਬਸ ਇਕੱਠਾ ਬੜਾ ਕੁਝ ਕਰ ਲਿਆ, ਤੇ ਉਹ ਸਮੱਗਰੀ ਹੈ ਇੱਕ ਸੁਪਨੇ ਦੀ ਤਰ੍ਹਾਂ। ਔਰ ਇਹ ਸੰਸਾਰ ਵੀ ਬਿਲਕੁਲ ਹੈ ਕੁਝ ਨਹੀਂ, ਹੈ ਇੱਕ ਸੁਪਨੇ ਦੀ ਤਰ੍ਹਾਂ ਹੀ। ਭੈ ਕੋ ਪਾਏ ਉਠੇ ਬਰੜਾਏ, ਤ੍ਰਿਆ ਸੰਗਮ ਤੇ ਰੇਤ ਮਚਾਏ। ਕਹਿੰਦੇ ਡਰ ਕੇ ਕਈ ਵਾਰੀ ਸੁਪਨਾ ਬਹੁਤ ਗੂੜੀ ਨੀਂਦ ਵਿੱਚ ਸੁੱਤਾ ਹੋਵੇ ਤੇ ਡਰ ਕੇ ਕਈ ਵਾਰੀ ਬਰੜਾ ਕੇ ਉੱਠਦਾ ਹੈ। ਔਰ ਸੁਪਨੇ ਵਿੱਚ ਭਾਵੇਂ ਕੁਝ ਵੀ ਵੇਖਿਆ ਹੋਵੇ, ਕੋਈ ਸ਼ੇਰ ਦੇਖਿਆ ਹੋਵੇ, ਸੱਪ ਦੇਖਿਆ ਹੋਵੇ, ਕਿਸੇ ਨਾਲ ਲੜਾਈ ਕਰਦਾ ਹੋਵੇ, ਬਰੜਾ ਕੇ ਉੱਠਦਾ। ਔਰ ਸੁਪਨਾ ਜਦੋਂ ਆਉਂਦਾ ਗਹਿਰੀ ਨੀਂਦ ਵਿੱਚ ਆਉਂਦਾ ਹੈ। ਔਰ ਸੁਪਨਾ ਆਵੇ ਹੈ ਤਾਂ ਕੁਝ ਨਹੀਂ, ਹੈ ਤਾਂ ਝੂਠ, ਪਰ ਇਹ ਸਰੀਰ 'ਤੇ ਅਸਰ ਜ਼ਰੂਰ ਕਰਦਾ ਸੁੱਤੇ ਪਿਆਂ ਦੇ ਵੀ। ਬਰੜਾ ਕੇ ਉੱਠਦਾ ਹੈ। ਹਸੇ ਕਬਹੂ ਕਬ ਰੁਦਨ ਪੁਕਾਰੇ, ਕਬਹੂ ਵਿਖਾਦ ਅਧਿਕ ਔਰ ਧਾਰੇ। ਸੁਪਨੇ ਵਿੱਚ ਕਦੇ ਰੋਂਦਾ ਹੈ, ਕਦੇ ਹੱਸਦਾ ਹੈ। ਸੁਪਨੇ ਦੇ ਵਿੱਚ ਕਦੇ ਬੜਾ ਵੱਡਾ ਪ੍ਰਸਾਦ ਆਪ ਖੜਾ ਕਰ ਦਿੰਦਾ, ਕਦੇ ਲੱਗਦਾ ਗੁਆਂਢੀ ਨੇ ਖੜਾ ਕਰ ਦਿੱਤਾ। ਜੋ ਸੁਪਨੇ ਮਹਿ ਜਾਣੇ ਸਾਚੇ, ਸੋਗ ਹਰਗ ਤੋਂ ਤਿਹ ਛਿਨ ਰਾਚੇ। ਬਸ ਸਤਿਗੁਰੂ ਕਹਿੰਦੇ ਨੇ ਸੰਸਾਰ ਇਸੇ ਤਰ੍ਹਾਂ ਦਾ ਹੈ ਕਿ ਜਿਹੜੇ ਸੁਪਨੇ ਨੂੰ ਸੱਚ ਕਰਕੇ ਜਾਣ ਲੈਣ। ਹੁਣ ਸੁਪਨੇ ਵਿੱਚ ਤੇ ਦੁੱਖ ਵੀ ਹੋਇਆ, ਸੁਪਨੇ ਵਿੱਚ ਸੁੱਖ ਵੀ ਦੇਖੇ, ਹਰਖ ਵੀ ਆਇਆ, ਸੂਗ ਵੀ ਆਈ, ਚਿੰਤਾ ਵੀ ਆਈ। ਪਰ ਜਿਹੜਾ ਸੰਸਾਰ ਨੂੰ ਸੱਚਮੁੱਚ ਸੁਪਨੇ ਦੀ ਤਰ੍ਹਾਂ ਵੇਖਦਾ ਨਾ, ਹੈ ਸਾਰਾ ਸੰਸਾਰ ਸੁਪਨਾ ਹੀ। ਦੇਖੋ ਉਹ ਸੁਪਨਾ ਰਾਤ ਦਾ ਹੈ, 1 ਘੰਟੇ ਦਾ, 2-4 ਘੰਟੇ ਦਾ। ਔਰ ਇਹ ਜਾਗਦੇ ਹੋਏ ਜਿਹੜਾ ਜੀਵਨ ਹੈ ਸੁਪਨਾ ਹੀ। ਇਹ ਲੰਬਾ ਚੱਲਦਾ, 100 ਸਾਲ ਚੱਲਦਾ, 70-80 ਸਾਲ ਚੱਲਦਾ ਹੈ, ਵਿੱਚ ਵਿਚਾਲੇ ਟੁੱਟ ਜੇ। ਕਿਉਂਕਿ ਜਾਗਦਿਆਂ ਫਿਰਦਿਆਂ ਜੋ ਕੁਛ ਨਜ਼ਰ ਆਉਂਦਾ ਹੈ ਨਹੀਂ, ਲੱਗਦਾ ਕਿ ਹੈ ਸੁਪਨਾ ਹੀ। ਜੇ ਕਰ ਕੂਰ ਲਖੇ ਇਹ ਤਬੈ, ਸੁਪਨ ਕਿਰਿਆ ਇਹ ਹੋਏ ਨਾ ਸਭੈ। ਹੁਣ ਕਹਿੰਦੇ ਜਿਹੜਾ ਗਿਆਨਵਾਨ ਹੈ, ਸਤਿਗੁਰੂ ਜੀ ਕਹਿੰਦੇ ਨੇ ਭਾਈ, ਉਹ ਝੂਠ ਨੂੰ, ਜਿਹੜਾ ਰਾਤ ਨੂੰ ਸੁਪਨਾ ਆਇਆ ਉਹਨੂੰ ਤਾਂ ਝੂਠ ਸਮਝਦਾ ਹੈ, ਅਤੇ ਜਿਹੜਾ ਇਹ ਜਾਗਦਾ ਹੋਇਆ ਵੇਖਦਾ ਸੱਚਮੁੱਚ ਉਹ ਇਹਨੂੰ ਸਮਝਦਾ ਕਿ ਇਹ ਵੀ ਸੁਪਨਾ ਹੀ ਹੈ, ਇਹ ਵੀ ਸੁਪਨਾ ਹੀ ਹੈ। ਜਿਮ ਬਾਜੇਗਰ ਆਪਣੀ ਮਾਇਆ, ਮਿਥਿਆ ਲੱਖ ਸੋਗ ਨਾ ਹਰਖਾਇਆ।
ਹੁਣ ਸਤਿਗੁਰੂ ਜੀ ਸਮਝਾਉਂਦੇ ਨੇ ਭਈ ਜਿਵੇਂ ਬਾਜੀਗਰ ਉਹ ਪਹਿਲੇ ਸਮਿਆਂ ਦੇ ਵਿੱਚ ਆਉਂਦੇ ਹੁੰਦੇ ਸਨ ਪਿੰਡਾਂ ਵਿੱਚ ਆਮ ਤੌਰ 'ਤੇ, ਉਹਨੇ ਆਪਣੀ ਮਾਇਆ ਨਾਲ, ਜਿਹਨੂੰ ਹੱਥ ਦੀ ਸਫਾਈ ਕਹਿੰਦੇ ਨੇ, ਆਪਣੇ ਉਹਨੂੰ ਕਹਿੰਦੇ ਮੇਰੇ ਕੋਲ ਜਾਦੂ ਹੈ। ਪਰ ਜਦੋਂ ਇਮਾਨਦਾਰੀ ਨਾਲ ਬਸ ਉਹ ਦੱਸਣ ਕੋਈ ਜਾਦੂ ਨਹੀਂ, ਸਿਰਫ ਹੱਥ ਦੀ ਸਫਾਈ ਹੈ। ਹੁਣ ਉਹ ਬਾਜੀਗਰ ਕਈ ਵਾਰੀ ਦਿਖਾਉਂਦਾ, ਕਈ ਵਾਰੀ ਬਾਂਦਰ ਲੈ ਕੇ ਆਉਂਦਾ ਹੈ, ਔਰ ਬਾਂਦਰਾਂ ਨੂੰ ਟ੍ਰੇਨਡ ਇੰਨਾ ਕੀਤਾ ਹੁੰਦਾ ਕਿ ਇੱਕ ਨੇ ਮਾਰਿਆ ਦੂਸਰਾ ਲੰਬੇ ਇਸ ਤਰ੍ਹਾਂ ਪੈ ਜਾਂਦਾ ਜਿਵੇਂ ਮਰ ਗਿਆ। ਸਭ ਵੇਖਦੇ ਨੇ, ਪਰ ਮਰੇ ਹੋਏ ਨੂੰ ਵੇਖ ਕੇ ਕੋਈ ਦੁਖੀ ਨਹੀਂ ਹੁੰਦਾ। ਹੱਸਦੇ ਨੇ ਕਿ ਨਾਟਕ ਬੜਾ ਸੋਹਣਾ ਕੀਤਾ, ਉਦੋਂ ਬਾਜੀਗਰ ਸਨ, ਹੁਣ ਆ ਫਿਲਮਾਂ ਨੇ, ਨਾਟਕ ਨੇ, ਦੁਨੀਆ ਵੇਖਦੀ ਹੈ। ਕੋਈ ਮਰਦਾ ਤੇ ਕੋਈ ਰੋਂਦਾ ਨਹੀਂ, ਪਤਾ ਹੈ ਕਿ ਝੂਠ ਮੂਠ ਦਾ ਮਰਿਆ ਹੈ, ਕਿਹੜਾ ਮਰਿਆ ਹੈ ਕੋਈ ਵੀ ਨਹੀਂ। ਔਰ ਇਹ ਸੰਸਾਰ ਸੱਚਮੁੱਚ ਹੈ ਇਸੇ ਤਰ੍ਹਾਂ ਦਾ। ਜਿਹਨੂੰ ਸਤਿਗੁਰੂ ਕਹਿੰਦੇ ਨੇ ਬ੍ਰਹਮ ਦਾ ਗਿਆਨ ਹੋ ਜੇ ਨਾ, ਸੰਸਾਰ ਨੂੰ ਫਿਰ ਇਸੇ ਤਰ੍ਹਾਂ ਦਾ ਜਾਣਦਾ। ਤੇ ਐਸਾ ਕੋਈ ਹੈ, ਕਹਿੰਦੇ ਇੱਕ ਮਹਾਂਪੁਰਸ਼ ਰੱਬ ਦੀ ਬੰਦਗੀ ਕਰਨ ਵਾਲਾ ਬੰਦਗੀ ਕਰੇ, ਅੱਗੋਂ ਵੇਖ ਕੇ ਪੁੱਤਰ ਨੂੰ ਵੀ ਲਾਗ ਲੱਗੀ, ਉਹ ਵੀ ਬੰਦਗੀ ਵਿੱਚ ਜੁੜਿਆ। ਔਰ ਰੱਬ ਦਾ ਭਾਣਾ ਕਿ ਪੁੱਤਰ ਨੂੰ ਸਮਝ ਪੈ ਗਈ ਅੱਜ ਮੈਂ ਸਰੀਰ ਛੱਡ ਜਾਣਾ ਹੈ, ਮੌਤ ਆ ਜਾਣੀ ਹੈ। ਔਰ ਉਹਨੇ ਆਪਣੇ ਬਾਪੂ ਨੂੰ ਕਿਹਾ, ਬਾਪੂ ਦਾ ਨੇਮ ਸੀ ਕਿ ਕਿਤੇ ਇਕਾਂਤ ਥਾਂ ਵਿੱਚ ਜਾ ਕੇ ਜਾਂ ਗੁਰੂ ਘਰ ਵਿੱਚ ਜਾ ਕੇ 2-3 ਘੰਟੇ ਇਕਾਂਤ ਵਿੱਚ ਜੁੜ ਕੇ ਬੈਠਣਾ ਹੈ। ਹੁਣ ਪੁੱਤਰ ਕਹਿੰਦਾ ਕਿ ਬਾਪੂ ਅੱਜ ਨਾ ਜਾ, ਕਿ ਲੱਗਦਾ ਅੱਜ ਸਰੀਰ ਛੱਡ ਜਾਣਾ ਹੈ। ਔਰ ਬਾਪੂ ਵੀ ਜਾਣਦਾ ਸੀ, ਕਹਿੰਦਾ ਛੱਡ ਜਾਣਾ ਹੈ, ਤੈਨੂੰ ਤਾਂ ਲੱਗਦਾ ਹੈ, ਪਰ ਸਰੀਰ ਸੱਚਮੁੱਚ ਅੱਜ 12 ਵਜੇ ਤੂੰ ਛੱਡ ਜਾਣਾ ਹੈ। 3-4 ਘੰਟੇ ਵਿੱਚ ਸਾਰੇ ਲੋਕ ਇਕੱਠੇ ਹੋ ਜਾਣੇ ਨੇ, ਇਸ਼ਨਾਨ ਕਰਾਇਆ ਜਾਣਾ ਹੈ, ਔਰ 5 ਕੁ ਵਜੇ ਤਕਰੀਬਨ ਸ਼ਮਸ਼ਾਨ ਘਾਟ ਵਿੱਚ ਤੇਰੇ ਸਰੀਰ ਨੂੰ ਲੈ ਜਾਣਾ ਹੈ। ਤੇ ਪੁੱਤਰਾ ਸਰੀਰ ਛੱਡ ਹੀ ਜਾਣਾ, ਤੇ ਜਦੋਂ ਤੱਕ ਛੱਡਣਾ ਨਹੀਂ, ਜੇ ਨਹੀਂ ਛੱਡਣਾ ਉਦੋਂ ਤੱਕ ਬੈਠ ਕੇ ਬੰਦਗੀ ਕਰ। ਤੇ ਮੈਨੂੰ ਬੰਦਗੀ ਵਾਲੇ ਪਾਸੋਂ ਰੋਕਣਾ ਕਿਉਂ, ਮੈਂ 5 ਵਜੇ ਸਿੱਧਾ ਮੜੀਆਂ 'ਚ ਪਹੁੰਚ ਜਾਵਾਂਗਾ। ਉਰੇ ਗੱਲ ਕਹਿਣੀ ਸੌਖੀ ਹੈ, ਸੁਣਨੀ ਤਾਂ ਹੋਰ ਜ਼ਿਆਦਾ ਸੌਖੀ ਹੈ। ਪਰ ਜਿਹਨੇ ਸੱਚਮੁੱਚ ਜਾਣਿਆ ਕਿ ਹੈ ਸੁਪਨਾ ਹੀ, ਕੋਈ ਨਹੀਂ ਮਰਦਾ। ਔਰ ਗੁਰੂ ਸਾਹਿਬ ਨੇ ਪਾਵਨ ਬਚਨ ਕਹੇ ਨੇ, ਕੌਣ ਮੂਆ ਰੇ ਕੌਣ ਮੂਆ, ਬ੍ਰਹਮ ਗਿਆਨੀ ਮਿਲ ਕਰੋ ਵਿਚਾਰਾ, ਇਹ ਤੋਂ ਚਲਤ ਪਿਆ। ਵੀ ਸਭ ਦੇ ਵਿੱਚ ਇੱਕੋ ਹੀ ਆਤਮਾ ਹੈ, ਤੇ ਫਿਰ ਮਰਿਆ ਕੌਣ ਹੈ, ਤੂੰ ਰੋਣਾ ਕਿਹਨੂੰ ਹੈ। ਇਹ ਸਰੀਰ ਦਾ ਇੱਕ ਘਰ ਟੁੱਟ ਗਿਆ, ਪਰ ਅਸੀਂ ਘਰਾਂ ਦੇ ਨਾਲ ਕਿਉਂਕਿ ਪਿਆਰ ਪਾਇਆ ਹੈ। ਹੁਣ ਗੁਰੂ ਸਾਹਿਬ ਜੀ ਉੱਥੇ ਸਮਝਾਉਂਦੇ ਨੇ, ਭਾਈ ਜਿਹੜੇ ਪਿਆਰੇ ਨੇ ਉਹ ਸੁਪਨੇ ਨੂੰ ਸੁਪਨਾ ਹੀ ਸਮਝਦੇ ਨੇ, ਹਕੀਕਤ ਨਹੀਂ ਜਾਣਦੇ। ਪਿੱਖਿਓ ਕਿਹਰੇ ਸੁਪਨੇ ਮਾਹੀ, ਜਾਗੇ ਤੇ ਭਾਗੈ ਕਿਤ ਨਾਹੀ। ਹੁਣ ਕਹਿੰਦੇ ਨੇ ਕਈ ਵਾਰੀ ਗੁਰੂ ਸਾਹਿਬ ਜੀ ਸਮਝਾਉਂਦੇ ਉਦਾਹਰਣ ਦੇ ਕੇ ਕਿ ਪਿੱਖਿਓ ਕਿਹਰੇ ਸੁਪਨੇ ਮਾਹੀ, ਸੁਪਨੇ ਦੇ ਵਿੱਚ ਸੁੱਤਿਆਂ ਪਿਆ ਰਾਤ ਨੂੰ ਬੰਦਾ ਕਈ ਵਾਰੀ ਸ਼ੇਰ ਵੇਖ ਲੈਂਦਾ ਕਿ ਸ਼ੇਰ ਮੇਰੇ ਪਿੱਛੇ ਆ ਗਿਆ, ਲੱਗਿਆ ਖਾਣ। ਔਰ ਜਦੋਂ ਇਵੇਂ ਦੀ ਹਾਲਤ ਬਣੇ, ਕਈ ਵਾਰੀ ਸੁੱਤਾ ਪਿਆ ਬਰੜਾਉਂਦਾ ਹੈ, ਤੇ ਕਈ ਵਾਰੀ ਇੰਨਾ ਡਰਦਾ ਕਿ ਇੱਕ ਵਾਰੀ ਭਬਕ ਕੇ ਉੱਠਦਾ ਹੈ, ਜਾਗ ਪੈਂਦਾ ਹੈ। ਹੁਣ ਜਦੋਂ ਸੁਪਨੇ ਤੋਂ ਜਾਗਦਾ, ਕਹਿੰਦੇ ਜਾਗੇ ਤੇ ਭਾਗਾ ਕਿਤੇ ਨਹੀਂ। ਜਦੋਂ ਜਾਗ ਕੇ ਬੈਠਦਾ ਫਿਰ ਨਹੀਂ ਭੱਜਦਾ। ਸੁਪਨੇ 'ਚ ਦੌੜਾਂ ਲੱਗੀਆਂ ਕਿ ਸ਼ੇਰ ਪਿੱਛੇ ਆਇਆ ਹੈ, ਪਰ ਜਦੋਂ ਜਾਗ ਕੇ ਬੈਠ ਜੇ ਫਿਰ ਤਾਂ ਨਹੀਂ ਨਾ ਭੱਜਦਾ ਜੀ, ਪਤਾ ਲੱਗ ਗਿਆ ਹੈ ਤੇ ਕੁਝ ਵੀ ਨਹੀਂ। ਸੁਪਨ ਸਮਗਰੇ ਸਗਲੇ ਲਖ ਇਮ, ਹਰਕ ਸੋਗ ਕੋ ਕਰਹੇ ਨਾ ਉਰ ਕਿਮ। ਤੇ ਸਤਿਗੁਰੂ ਕਹਿੰਦੇ ਨੇ ਭਾਈ ਜਿਹੜੇ ਗਿਆਨਵਾਨ ਨੇ ਨਾ, ਉਹ ਸਾਰੇ ਇਹਨੂੰ ਸੁਪਨੇ ਵਾਲੀ ਸਮੱਗਰੀ ਹੀ ਸਮਝਦੇ ਨੇ ਜੀਵਨ। ਉਹਨਾਂ ਦੇ ਕੋਲ ਹਰਖ ਆ ਜੇ, ਸੋਕ ਆ ਜੇ, ਉਹ ਇੱਕੋ ਰਸ ਵਿੱਚ ਰਹਿੰਦੇ ਨੇ, ਕੋਈ ਗੱਲ ਨਹੀਂ, ਆ ਗਿਆ ਤੇ ਠੀਕ ਹੈ। ਤਿਸੇ ਰੇਤ ਜਾਵਦ ਅਗਿਆਨਾ, ਜਗਤ ਸਾਚ ਅਜਨੀਅਤ ਬਿਦ ਨਾਨਾ। ਹੁਣ ਸਤਿਗੁਰੂ ਜੀ ਕਹਿੰਦੇ ਨੇ ਬਸ ਇਸੇ ਤਰ੍ਹਾਂ ਜਿਨ੍ਹਾਂ ਦੇ ਅੰਦਰੋਂ ਇਹ ਨੀਂਦ ਚਲੀ ਜਾਏ, ਅਗਿਆਨਤਾ ਵਾਲੀ ਨੀਂਦ ਚਲੀ ਜਾਏ, ਤੇ ਫਿਰ ਗਿਆਨ ਦੇ ਵਿੱਚ ਉਹ ਜਾਗਦੇ ਨੇ। ਦੇਖੋ ਬੰਦਾ ਸੁੱਤਾ ਹੋਵੇ ਤੇ ਕਈ ਵਾਰੀ ਸਰੀਰ ਤੋਂ ਲੱਗਦਾ ਕਿ ਉਹਨੂੰ ਕੁਝ ਹੋ ਰਿਹਾ ਹੈ, ਉਹ ਡਰਦਾ ਸਰੀਰ ਤੇ ਅਸਰ ਹੈ,
ਨਾਲ ਵਾਲਾ ਜਾਗਦਾ ਹੋਵੇ ਤੇ ਜਾਗਦਾ ਹੋਇਆ ਵੇਖ ਲੈਂਦਾ ਕਿ ਇਹਨੂੰ ਕੁਝ ਹੁੰਦਾ, ਉਹ ਹੱਥ ਲਾ ਕੇ ਜਾਂ ਆਵਾਜ਼ ਮਾਰ ਕੇ ਉਹਨੂੰ ਉਠਾਉਂਦਾ ਹੈ। ਬਸ ਸੁਪਨਾ ਟੁੱਟਿਆ, ਉਹਦਾ ਡਰ ਦੂਰ। ਔਰ ਧੰਨ ਗੁਰੂ ਅਰਜਨ ਦੇਵ ਮਹਾਰਾਜ ਜਿੱਥੇ ਸਮਝਾਉਂਦੇ ਨੇ, ਭਾਈ ਗੁਰੂ ਵੀ ਇਹੀ ਕੁਝ ਕਰਦਾ ਹੈ। ਸਿੱਖਾਂ ਨੂੰ ਗੁਰੂ ਉਠਾਉਂਦਾ ਹੈ ਆਵਾਜ਼ ਮਾਰ ਕੇ। ਅਗਿਆਨਤਾ ਦੀ ਨੀਂਦ ਵਿੱਚ ਜਿਹੜੇ ਸੁੱਤੇ ਨੇ, ਗੁਰੂ ਆਵਾਜ਼ ਮਾਰ ਕੇ ਉਹਨਾਂ ਨੂੰ ਗਿਆਨ ਬਖਸ਼ਦਾ ਹੈ। ਤੇ ਜਿਨ੍ਹਾਂ ਨੂੰ ਸਮਝ ਆ ਜਾਏ ਫਿਰ ਉਹ ਹਰਕ ਸੂ ਤੋਂ ਨਿਆਰੇ ਹੋ ਜਾਂਦੇ ਨੇ। ਰਾਗ ਦਵੈਸ ਪੈ ਆਦਿਕ ਜਈ, ਇਨ ਕੋ ਧਰਤ ਅਣਕ ਦੁੱਖ ਖੇਈ। ਸੰਸਾਰ ਵਿੱਚ ਲੋਕ ਦੁਖੀ ਤਾਂ ਹੁੰਦੇ ਨੇ, ਕਿਤੇ ਪ੍ਰੇਮ ਹੈ, ਕਿਸੇ ਦਵੈਸ਼ ਹੈ, ਕਿਤੇ ਈਰਖਾ ਹੈ, ਕਿਤੇ ਬਹੁਤਾ ਮੋਹ ਹੈ। ਇਸ ਕਰਕੇ ਮਨੁੱਖ ਦੁਖੀ ਹੁੰਦਾ, ਦੁੱਖ ਪਾਉਂਦਾ ਹੈ। ਬੜੇ ਭਾਗ ਤੇ ਸਤਿਗੁਰੂ ਪਾਏ, ਮਿਟੇ ਕਲੇਸ਼ ਸੋ ਲੇਤ ਬਚਾਏ। ਤੇ ਵੱਡੇ ਭਾਗਾ ਕਰਕੇ ਜਿਹਨੂੰ ਗੁਰੂ ਮਿਲ ਪਵੇ, ਫਿਰ ਗੁਰੂ ਕਿਰਪਾ ਕਰਦਾ। ਇਹ ਜਿਹੜਾ ਸੁਪਨਾ ਹੈ, ਅਗਿਆਨਤਾ ਦੀ ਨੀਂਦ ਵਿੱਚ ਸੁੱਤੇ ਹੋਏ ਦਾ ਸੁਪਨਾ, ਗੁਰੂ ਸਾਹਿਬ ਜੀ ਆਵਾਜ਼ ਮਾਰ ਕੇ ਤੋੜਦੇ ਨੇ, ਭਾਈ ਸੱਚ ਵਿੱਚ ਆ। ਅੰਦਰ ਦੇ ਕਲੇਸ਼ ਗੁਰੂ ਕੱਟਦੇ ਨੇ। ਜਿਮ ਸੁਪਨੇ ਮਹਿ ਸ਼ੇਰ ਕਰਾਲ, ਦੇਖਤ ਉਪਜੋ ਤਰਾਸ ਵਿਸਾਲ। ਹੁਣ ਗੁਰੂ ਸਾਹਿਬ ਜੀ ਫਿਰ ਸਮਝਾਉਂਦੇ ਨੇ, ਭਾਈ ਜਿਵੇਂ ਸੁਪਨੇ ਵਿੱਚ ਸ਼ੇਰ ਵੇਖਿਆ ਤੇ ਬੰਦਾ ਬੜਾ ਡਰਿਆ। ਭਾਜਿਓ ਜਾਏ ਨਾ ਗਿਰ ਗਿਰ ਜਾਵੇ, ਹੋਤ ਅਕਸ਼ੈ ਡਰੇ ਬਰੜਾਵੇ। ਔਰ ਜਦੋਂ ਬੰਦਾ ਸੁਪਨੇ ਵਿੱਚ ਡਰਦਾ ਫਿਰ ਭੱਜਿਆ ਵੀ ਨਹੀਂ ਜਾਂਦਾ। ਗੁਰੂ ਸਾਹਿਬ ਜੀ ਕਹਿੰਦੇ ਭਾਜੇ ਜਾਏ ਨਾ, ਫਿਰ ਭੱਜਦਾ ਭੱਜੇ ਨਹੀਂ ਜਾਂਦਾ, ਡਿੱਗਦਾ ਹੈ ਫਿਰ ਉੱਠਦਾ ਹੈ। ਬਸ ਇਸ ਤਰ੍ਹਾਂ ਬੜਾ ਡਰਦਾ ਹੈ। ਇਤਨੇ ਮਹਿ ਜਾਗਰਤ ਨ ਰਿਆਇਓ, ਦੁਖਦ ਜਾਣ ਕੈ ਪਕਰ ਜਗਾਇਓ। ਕਹਿੰਦੇ ਇੰਨੇ ਵਿੱਚ ਕੋਈ ਜਾਗਦਾ ਹੋਇਆ ਆ ਜਾਵੇ ਤੇ ਫਿਰ ਬਾਂਹ ਤੋਂ ਫੜ ਕੇ ਉਹਨੂੰ ਹਿਲਾ ਕੇ ਉਠਾਉਂਦਾ, ਪਈ ਉੱਠ। ਬਸ ਉਹਨੇ ਉਠਾਇਆ ਤੇ ਡਰ ਦੂਰ ਹੋ ਗਿਆ। ਤਰਸਤ ਜਾਣ ਜਿਮ ਸਤਿਗੁਰੂ ਦੇਖੈ, ਉਪਜੇ ਸੁਖ ਦੇਤ ਬਿਸਿਖੈ। ਕਹਿੰਦੇ ਇਸੇ ਤਰ੍ਹਾਂ ਗੁਰੂ ਜਦੋਂ ਸਮਝਦੇ ਨੇ ਕਿ ਸਾਡਾ ਸਿੱਖ ਡਰਦਾ ਹੈ ਵਹਿਮਾਂ ਤੋਂ, ਭਰਮਾਂ ਤੋਂ, ਮੰਗਲਵਾਰ ਤੋਂ, ਸ਼ਨੀਵਾਰ ਤੋਂ, ਇਹ ਧਾਗੇ ਤੋਂ, ਤਵੀ ਤੋਂ, ਰਾਜ ਕੋਈ ਟੂਣਾ ਕਰ ਗਿਆ ਜੀ, ਇਹਦੇ ਨੇੜੇ ਨਾ ਜਾਇਓ ਜੀ। ਕਹਿੰਦੇ ਜਦੋਂ ਇਵੇਂ ਦੇ ਸੁਪਨੇ ਨੂੰ ਵੇਖ ਕੇ ਗੁਰੂ ਦਾ ਸਿੱਖ ਡਰਦਾ ਹੈ, ਹੋਵੇ ਸਿੱਖ, ਤੇ ਫਿਰ ਗੁਰੂ ਆਵਾਜ਼ ਮਾਰ ਕੇ ਉਹਨੂੰ ਗਿਆਨ ਬਖਸ਼ਦਾ ਹੈ। ਆਵਾਜ਼ ਮਾਰ ਕੇ ਇਹਨਾਂ ਵਹਿਮਾਂ ਭਰਮਾਂ ਤੋਂ, ਇਹਨਾਂ ਡਰਾਂ ਤੋਂ ਉਹਨਾਂ ਨੂੰ ਮੁਕਤ ਕਰਦਾ ਹੈ। ਤੇ ਕਿਵੇਂ ਕਰਦਾ? ਕਹਿੰਦੇ ਉਪਦੇਸ਼ੇ ਸੁਖ ਦੇਤ ਬਸਿੱਖੇ। ਗੁਰੂ ਆਵਾਜ਼ ਮਾਰਦੇ ਨੇ, ਉਪਦੇਸ਼ ਦਿੰਦੇ ਨੇ, ਭਾਈ ਇਹ ਜਗ ਰਚਨਾ ਸਭ ਝੂਠ ਹੈ, ਜਾਣ ਲਿਓ ਰੇ ਮੀਤ। ਆਪਣੇ ਸਿੱਖਾਂ ਨੂੰ ਮਿੱਤਰ ਕਹਿ ਕੇ ਆਵਾਜ਼ ਮਾਰਦੇ ਨੇ, ਭਾਈ ਸੁਪਨਾ ਹੀ ਹੈ ਸਾਰਾ ਸੰਸਾਰ। ਜਨਮ ਮਰਨ ਦਵੈ ਤੁਝ ਮੈਂ ਨਾਹੀ, ਭੂਖਣ ਤ੍ਰਿਖਾ ਨਾ ਐ ਤੋਹਿ ਮਾਹੀ। ਕਹਿੰਦੇ ਜਦੋਂ ਗੁਰੂ ਫਿਰ ਉਪਦੇਸ਼ ਦਿੰਦੇ ਨੇ ਤੇ ਜਿਹੜਾ ਗੁਰੂ ਦਾ ਉਪਦੇਸ਼ ਨੂੰ ਲੈ ਲਵੇ, ਪੱਲੇ ਬੰਨ੍ਹ ਲਵੇ। ਗੁਰੂ ਸਾਹਿਬ ਜੀ ਕਹਿੰਦੇ ਨੇ, ਭਾਈ ਨਾ ਜਨਮ ਤੇ ਨਾ ਮਰਨ, ਭਾਈ ਸਿੱਖਾ ਤੇਰੇ ਵਿੱਚ ਹੈ ਹੀ ਨਹੀਂ। ਜਨਮ ਮਰਨ ਦਵੈ ਤੁਝ ਮੈਂ ਨਾਹੀ। ਹੁਣ ਇਹ ਗੱਲਾਂ ਸਮਝ ਕਿੱਥੇ ਆਉਣਗੀਆਂ ਜੀ? ਜੇ ਇਹ ਕਹਾਂ ਕਿ ਮੇਰਾ ਤਾਂ ਜਨਮ ਹੀ ਨਹੀਂ ਹੋਇਆ, ਮੇਰੀ ਤਾਂ ਮੌਤ ਹੀ ਨਹੀਂ ਹੋਣੀ, ਤੇ ਤੁਸੀਂ ਕਹਿਣਾ ਕਿ ਭਾਈ ਸਾਹਿਬ ਜੀ ਝੱਲੀਆਂ ਗੱਲਾਂ ਕਰਦੇ ਨੇ। ਪਰ ਗੁਰੂ ਸਾਹਿਬ ਜੀ ਕਹਿੰਦੇ ਨੇ ਹੈ ਸੱਚ ਹੈ, ਕਿਉਂਕਿ ਜਨਮ ਵੀ ਇੱਕ ਸਰੀਰ ਨੇ ਲੈਣਾ ਤੇ ਮੌਤ ਵੀ ਸਰੀਰ ਨੇ ਹੋਣੀ ਹੈ। ਉਹ ਤਾਂ ਇੱਕ ਘਰ ਰੱਬ ਨੇ, ਪਰਮੇਸ਼ਰ ਨੇ ਦਿੱਤਾ। ਜਨਮ ਜਿੰਦਾ ਹੋਇਆ ਉਹ ਇੱਕ ਘਰ ਸੀ, ਮੌਤ ਜਿੰਦੇ ਹੋਣੀ ਉਹ ਘਰ ਢਹਿ ਜਾਣਾ ਹੈ। ਪਰ ਇਹ ਜਿਹੜਾ ਆਤਮ ਰੂਪ ਬ੍ਰਹਮ ਰੂਪ ਪਰਮੇਸ਼ਰ ਆਪ ਹੈ, ਜਿਹੜੀ ਆਤਮਾ ਹੈ, ਇਹ ਤਾਂ ਜੰਮਦੀ ਮਰਦੀ ਨਹੀਂ। ਫਿਰ ਦੱਸੋ ਕਿਹੜਾ ਜੰਮਿਆ ਤੇ ਕਿਹੜਾ ਮਰਿਆ? ਕਹਿੰਦੇ ਜਨਮ ਮਰਨ ਦਵੈ ਤੁਝ ਮੈਂ ਨਾਹੀ। ਜੋਗੀ ਜੀ ਤੂੰ ਇਹ ਕਹਿੰਦਾ ਨੇ ਕਿ ਮੈਨੂੰ ਦੱਸੋ ਮੈਂ ਕੌਣ ਹਾਂ? ਤੇ ਸਭ ਤੋਂ ਪਹਿਲੋਂ ਇਹ ਗੱਲ ਸਮਝੋ ਕਿ ਤੇਰਾ ਜਨਮ ਕੋਈ ਨਹੀਂ ਹੋਇਆ, ਤੇਰੀ ਮੌਤ ਕੋਈ ਨਹੀਂ ਹੋਣੀ। ਸਰੀਰ ਦਾ ਜਨਮ ਹੋਇਆ, ਸਰੀਰ ਨੇ ਮਰ ਜਾਣਾ ਹੈ, ਕਿਉਂਕਿ ਤੂੰ ਤੇ ਬ੍ਰਹਮ ਸਰੂਪ ਹੈ। ਭੂਖਣ ਤ੍ਰਿਸ਼ਨਾ ਨਾ ਹੈ ਤੂੰ ਮਾਹੀ। ਕਿਉਂਕਿ ਜੋਗੀ ਜੀ ਜੋ ਤੂੰ ਹੈ ਨਾ, ਜੋ ਅਸੀਂ ਹਾਂ, ਅਸੀਂ ਕੌਣ ਹਾਂ ਜੀ? ਕਿਉਂਕਿ ਅਸੀਂ ਸਿਰਫ ਇੰਨਾ ਜਾਣਦੇ ਕਿ ਮੈਂ ਸੁਖਚੈਨ ਸਿੰਘ ਹਾਂ,
अपने शरीर का नाम दस देंगे कि मैं प्रीतम सिंह हाँ, पर हकीकत है कि ये असी नहीं, ये साडे शरीरां दे साडे घरां दे नाम ने। सतगुरु कहते ने जोगी जी जो तू है ना, तेनों ना भुख लगती है ना त्रे लगती है। आत्मा नूं भुख प्यास कित्थे लगती है जी? तू तो आत्म स्वरूप है ना इनू भुख लगे ना प्यास लगे, ना इनू दुख आवे ना ये सुख महसूस करे, ना इनू गर्मी लगे ना सर्दी लगे, ना हरख ना सोग ना चिंता। हरख सोग को लेश ना तो मैं, इन ते परे रूप लख सो मैं। सतगुरु कहते ने जोगी जिन्हों ना हरख है ना सोग है, लेश मात्र भी ये नहीं, बस ये समझ कि वो तू है, वो मैं हाँ, वो साडी आत्मा है, वो परमात्मा का रूप है। भाई तू परमात्मा ही है, तू आत्मा ही है, तू घर नहीं शरीर नहीं। इत्यादक जब दय उपदेश, हृदयहान अज्ञान अशेष। हूँ देखो सतगुरु का उपदेश जो दिता मैं सुना दिता, आप जी ने सुन लिया, पर हकीकत है कि समझ कोई नहीं पई। क्योंकि जेड़े जोगे ने सवाल किया सी वो बड़ी उच्ची अवस्था का मालक से, उन्होंने समझ पै गई। जेड़े इस गल नूं जानण वाले सन, गुरु साहब के उपदेश नूं ध्यान नाल जिन्होंने सुनिया, उन्होंने सिखां नूं समझ पै गई कि जे गुरु साहब ने बाणी दे विच कहा कि कोई नहीं जमदा भाई, कोई नहीं मरदा, जे आत्मा है ही परमात्मा के रूप तो फिर जमना किन्ने ते मरना किन्ने है। तब यह जगत झूठ इम मानै, तिस पर सिरे गुर शब्द बखानै। कहते जदों इस गल की समझ आ जाए ना, असल में फिर बंदा मानता है कि जगत झूठ है। क्योंकि सुपना झूठा तो नहीं ना लगता जी। मेरी धी होवे, मेरा पुत्र होवे, मेरा परिवार होवे, तो आप कह सकते सारा कुछ झूठ है, सुपना है। क्योंकि मनन लई मन मनन लई तैयार नहीं, ये सुपना लंबा चलने वाला है। पर जिन्हों समझ आ जाए वो कहते ने रहना सुपने विच ही है, रहना संसार विच ही है, पर है सब झूठ। कहते इहदे ते धन गुरु अर्जन देव महाराज जी ने उत्थे शब्द भी उच्चारण किया। और सतगुरु का पावन बचन अंग नंबर 736 के उत्ते सुभाईमान है, कवि संतोख सिंह जी ने वो इत्थे दर्ज भी किया है। सोही महला पंजवा घर पहिला, एक ओंकार सतगुर प्रसाद। और इस शब्द के अंदर संसार की बनतर ही दसी। कहते बाजीगर जैसे बाजी पाई, नाना रूप भेख दिखलाई। हुण बाजीगर बाजियां पाउंदा सी, पिंडा थावां ते गली महल्ले विच आउंदे सन, कदे भेख बदल बदल के। उन्होंने रासधारी भी कहा जाता सी। कई तरह दी बाजियां पाउणियां, कई कुछ उन्होंने विखाउणा। सांग उतार थम्यो पसारा, तब एको एक अंकारा। सांग उतार थम्यो पसारा। पर जो सारे स्वांग ला के रख दिते, देखो इवें बन के आउंदे सन ना जी। कदे थानेदार बन के आ गया, कदे रावण बन के आ गया, कदे राम बन के आ गया, कदे हनुमान बन के आ गया। पर जो सारे पहरावे ला के एक पासे रखता तो फिर समझ लगती बंदा तो एक ही है, पर स्वांग बड़े ने। तब एको एक अंकारा। बस जो ये गल समझ आ जाए कि जिन्हों असी समझने ये हिंदू, ये मुसलमान, ये बोधी, ये जैनी, ये सिख, ये फलाना, ये टमकाना, उदों तक तो बहुत ही ने। तो जो सारे पहरावे ला के एक पासे रख दे तो उदों समझ आनी कि नहीं। जिन्हों असी पढ़ते सके अवल अल्लाह नूर उपाया कुदरत के सब बंदे, एक नूर ते सब जग उपजिया कौन भले को मंदे। जे एक नूर तो सारा पैदा होया तो फिर माड़ा किनू कवांगे। कहते तब एको एक अंकारा। फिर पता लगता कि नहीं सब कुछ एक ही है, करने वाला एक ही है। हुण देखो धन गुरु कलगीधर पातशाह जी ने पावन बचन कहे ने
कि जिन्होंने ये गल समझ लग जाए कि संसार सचमुच ही नासवंद है, झूठ है, एक सुपने की तरह है, फिर वो सिर्फ तमाशा वेखते ने, वो तमाशगीर बनते नहीं, वो आप तमाशा बनते नहीं। बस जेड़ा आप तमाशा बन जाए ये समझ लो वो संसारी ने, उन्होंने निरंकार की समझ पई नहीं। तो जिन्होंने समझ बन पै जाए फिर वो तमाशा बनते नहीं, तमाशा वेखते हैं। और गुरु कलगीधर पातशाह जी ने पावन बचन कहे ने कि कई बार सवाल करने वाले सवाल करते हैं कि जे धन गुरु कलगीधर पातशाह जी पैंदे खान वो एक तीर मारते हैं कि थले मारते हैं, उतों तक पहुँचाते हैं पैंदे खान वर्गे ने, वो जो पैरी पै जाता है तो गुरु का सिख बन के जंगलों में भज जाता है। तो जे 10 लाख का घेरा पिया से गुरु साहब जी उदों तीर क्यों ना चलाए, उदों सारे उन्हें क्यों ना किया। और धन गुरु कलगीधर पातशाह ने सारे सवालों का जवाब सिर्फ एको पंक्ति में दिता है कि तो जगत का तमाशा है जी, मैं तो तमाशा वेखण आया, मैं कोई तमाशा बनने वास्ते थोड़ी आया, मैं हूँ परम पुरख को दासा, देखने आयो जगत तमाशा। और धन गुरु अर्जन देव सच्चे पातशाह जी गल पहलू समझा के असी बाजीगर बनना नहीं, संसार सारा रब ने आप ही, रब आप बाजीगर है, वो आप ही संसार दी बाजियां लवा रहा है। बस असी सिर्फ तमाशा वेखना, हुक्म मनना, भाना मनना, इन्हें इसे नूं तो क्या है। कहते कवण रूप दिष्टियो बेनासियो, कते गयो वह कतते आयो। कहते उस बाजीगर नूं समझो, सौखी उदाहरण है। कवण रूप केड़ा रूप मनोगे, उन्होंने थानेदार कहोगे, उन्होंने रावण कहोगे, राम कहोगे, हनुमान कहोगे, उन्हें पहरावे तो सारे पाए सन, केड़ा रूप कहोगे। कहते कवण रूप दिष्टियो बेनासियो, सारिਆਂ ਦੇ ਵਿੱਚੋਂ ਕਿਹੜਾ ਤੁਹਾਨੂੰ नज़र आया तो ਕਿਹੜਾ नाश होया। कहते कते गयो वो कत ते आयो। हुण ये क्योंकि उदाहरण थोड़ी छेती समझ लगती है, वो बाजीगर की गल करते हैं भी जिहड़ा तुहाडे महल्ले विच गली विच घर विच फेरा पा के गया सी, दसो कते गयो कित्थे गया, वो कत ते आयो आया कित्थों सी, क्योंकि असल विच ते है ही नहीं सी, कुछ भी नहीं सी। बस इस तरह का ये शरीर के अंदर जिहड़ा आत्मा है ना भाई, ये फेरी पाउण आए, इहदे फेरी हो सकता बेनती की कि 100 साल हो जाए, इहदे फेरी हो सकता किते 2-4 दिन की होवे, ये 20 साल 50 साल इहदी गारंटी कोई नहीं। गुरु साहब जी कहते तो असीं भी नहीं जानते, ये वो बाजीगर आप ही जानता है कि फेरी कितनी देर पाउणी है। जल ते उठे अणक तरंगा, कणक भूखण किन्ने बहु रंगा। ये रब के तमाशे ने ना जी। सतगुरु कहते हैं भाई जोगी जी, उस रब विच ते साडे विच कोई फर्क नहीं, तेरे विच ते ब्रह्म विच कोई फर्क नहीं, असीं सारे ही उस नूर तो पैदा होए उनकी अंश हाँ। तो जे उनकी अंश है फिर फर्क होना ही नहीं। बस फर्क सिर्फ इन्ना को है जदों तक समझ ना आवे कि जल ते उठे अणक तरंगा, पानी दे विचों समुंदर दे विचों लहरां उठदियां ने, पर वो लहरां नूं जे कोई समझ लवे कि पानी तो अड्ड ने, पानी कुछ होर है, बस उवें दा भुलेखा ही है तो पानी ना जी, सिर्फ हवा का ही दोष है। कहते कनक भूखण किन्ने बहु रंगा। हुण सोना है, सुनारे ने सोने तो कई तरह के गहने कट दिते, रब ने गहने बनाए ने ना जी, ये रब के बनाए हुए गहने ने। कोई चिट्टा है, कोई काला है, कोई थोड़ा काला है, कोई बहुत ज़्यादा काला है। किसी की लंबाई रब ने किन्नी रखी, कोई इन्ने ने कि बहुत छोटे छोटे ने। रब के बनाए हुए गहने ने ना, पर है सारे दे विच इक्को है तो सोना ही। हुण कहते सारे गहणिਆਂ ਨੂੰ एक थां ते इकट्ठा कर दो तो उन्होंने फिर की कहोगे, जदों उन्होंने कुठाड़ी 'च पाया जाए तो बाकी बचेगा कि सोना। ये शरीरां नूं जे एक पासे कर दे, जिहड़ी अंदर आत्मा है जो उन्होंने पछाण लईए तो फिर की कहांगे
बस इको ही कहा जाएगा कि ओंकार, इको ही शब्द कहा जाएगा कि अकाल पुरख। ਉਹਨੂੰ ਕਿਸੇ ਵੀ ਨਾਮ ਨਾਲ ਕਹਿ ਲਓ ਕਿ ਇੱਕੋ ਹੀ ਹੈ। ਬੀਜ ਬੀਜ ਦੇਖਿਓ ਬਹੁ ਪ੍ਰਕਾਰਾ, ਫਲ ਪਾਕੇ ਤੇ ਇੱਕ ਓਂਕਾਰਾ। ਹੁਣ ਸਤਿਗੁਰੂ ਜੀ ਉਦਾਹਰਨ ਦਿੰਦੇ ਨੇ ਕਿ ਬੀਜ ਜ਼ਿਮੀਂਦਾਰ ਬੀਜਦਾ ਹੈ, ਕਈ ਤਰ੍ਹਾਂ ਦਾ ਬੀਜ ਹੁੰਦਾ ਹੈ। ਕਿਸੇ ਨੂੰ ਸਰਬਤੀ ਕਹਿ ਦਿੱਤਾ, ਕਿਸੇ ਨੂੰ ਹੋਰ ਕਹਿ ਦਿੱਤਾ, ਪਰ ਅਸਲ ਵਿੱਚ ਜਦੋਂ ਉਹ ਪੱਕਦਾ ਹੈ, ਜੇ ਝੋਨਾ ਹੈ ਤਾਂ ਉਹ ਝੋਨਾ ਹੀ ਹੈ, ਉਹਦੇ ਚੌਲ ਹੀ ਬਣਨੇ ਨੇ। ਹਾਂ, ਉਹ ਕੋਈ ਮਹਿੰਗੇ ਹੋਣਗੇ, ਕੋਈ ਸਸਤੇ ਹੋਣਗੇ। ਅਨਾਜ ਬੀਜਿਆ ਕਈ ਤਰ੍ਹਾਂ ਦਾ ਬੀਜ ਹੈ, ਪਰ ਫਲ ਪਾਕੇ ਤੇ ਇੱਕ ਓਂਕਾਰ ਆ। ਜਦੋਂ ਉਹ ਪੱਕੇਗਾ ਤਾਂ ਇੱਕੋ ਹੀ ਆਵਾਜ਼ ਆਏਗੀ, ਇਹ ਕਣਕ ਹੈ, ਇਹ ਚੌਲ ਹੈ। ਬਸ ਰੱਬ ਵੀ ਇਸੇ ਤਰ੍ਹਾਂ ਦਾ ਕਹਿੰਦੇ, ਸਹਿਜ ਘਟਾ ਮੈਂ ਏਕ ਆਕਾਸ, ਘਟ ਫੂਟੇ ਤੇ ਉਹੀ ਪ੍ਰਕਾਸ਼। ਭਾਵੇਂ ਹਜ਼ਾਰਾਂ ਹੀ ਘੜੇ ਪਏ ਹੋਣ ਜੀ, ਪਰ ਆਕਾਸ਼ ਤੇ ਕੋਈ ਹੈ ਸਾਰਿਆਂ ਦੇ ਵਿੱਚ। ਇਸੇ ਤਰ੍ਹਾਂ ਰੱਬ ਪਰਮੇਸ਼ਰ ਇੱਕ ਹੈ ਸਭ ਦੇ ਅੰਦਰ। ਭਰਮ ਲੋਭ ਮੋਹ ਮਾਇਆ ਵਿਕਾਰ, ਭਰਮ ਛੁਟੇ ਤੇ ਇੱਕ ਓਂਕਾਰ। ਬਸ ਇਸੇ ਤਰ੍ਹਾਂ ਬੰਦੇ ਦੇ ਅੰਦਰ ਇੱਕ ਲੋਭ ਹੈ, ਉਸ ਲੋਭ ਕਰਕੇ ਭਰਮ ਪੈਂਦੇ ਨੇ। ਭਰਮ ਲੋਭ ਮੋਹ ਮਾਇਆ ਵਿਕਾਰ, ਇਹ ਵਿਕਾਰ ਨੇ ਮੋਹ ਦਾ, ਮਾਇਆ ਦਾ। ਪਰ ਜਦੋਂ ਇਹ ਭਰਮ ਛੁੱਟ ਜੇ, ਭਰਮ ਛੁੱਟੇ ਤੇ ਇੱਕ ਓਂਕਾਰ, ਫਿਰ ਸਿਰਫ ਉਹੀ ਇੱਕ ਬਚਦਾ ਹੈ। ਕਹਿੰਦੇ ਉਹ ਅਬਨਾਸੀ ਬਿਨਸਤ ਨਾਹੀ, ਰੱਬ ਅਬਨਾਸੀ ਹੈ, ਉਹਦਾ ਨਾਸ ਕਦੇ ਨਹੀਂ ਹੁੰਦਾ। ਤੇ ਅਸੀਂ ਕਹਿ ਸਾਰੇ ਦਿੰਦੇ ਕਿ ਰੱਬ ਸਭ ਦੇ ਵਿੱਚ, ਫਿਰ ਕਿਹਦਾ ਨਾਸ ਹੋਇਆ ਜੀ, ਕੌਣ ਮਰਿਆ? ਕਹਿੰਦੇ ਉਹ ਅਬਨਾਸੀ ਹੈ, ਉਹ ਕਦੇ ਨਹੀਂ ਬਿਨਸਦਾ। ਤੇ ਸਭ ਕੁਛ ਜੋ ਕੁਛ ਹੈ ਬਸ ਉਹ ਆਪ ਹੀ ਹੈ। ਨਾ ਕੋ ਆਵੇ ਨਾ ਕੋ ਜਾਈ, ਕੋਈ ਜੰਮਦਾ ਮਰਦਾ ਨਹੀਂ। ਗੁਰ ਪੂਰੈ ਹੋਮੈ ਮਲ ਧੋਈ, ਕਹੋ ਨਾਨਕ ਮੇਰੇ ਪਰਮ ਗਤ ਹੋਈ। ਧੰਨ ਗੁਰੂ ਅਰਜਨ ਦੇਵ ਜੀ ਤੋਂ ਉਪਦੇਸ਼ ਦੇ ਕੇ ਅਖੀਰ ਤੇ ਕਹਿੰਦੇ ਨੇ, ਜੋਗੀ ਜੀ ਗੁਰ ਪੂਰੈ ਹੋਮੈ ਮਲ ਧੋਈ। ਸਾਡੇ ਅੰਦਰ ਦੀ ਇਹ ਮੈਂ ਵਾਲੀ ਹੋਮੇ ਵਾਲੀ ਮੈਲ ਵੀ ਗੁਰੂ ਨੇ ਧੋਤੀ। ਦੇਖੋ ਆਪਾਂ ਕਹਾਂਗੇ ਸਾਡੇ ਵਿੱਚ ਹੋਮੇ ਕਿੱਥੇ ਹੈ, ਬਹੁਤ ਸਾਰੇ ਕਹਿੰਦੇ ਨੇ ਸਾਡੇ ਵਿੱਚ ਹੋਮੇ ਕਿੱਥੇ, ਪਰ ਉਹਨਾਂ ਦੀ ਨਿਮਰਤਾ ਦੇ ਵਿੱਚ ਵੀ ਹੋਮੇ ਹੈ। ਕਿਉਂਕਿ ਉਹਨਾਂ ਨੇ ਸਰੀਰ ਹੀ ਸਮਝਿਆ ਕਿ ਮੈਂ ਸਰੀਰ ਹਾਂ। ਤੇ ਜਦੋਂ ਇਹ ਭੁਲੇਖਾ ਅੰਦਰੋਂ ਜਾਣਾ ਹੀ ਨਹੀਂ, ਫਿਰ ਹੋਮੇ। ਗੁਰੂ ਸਾਹਿਬ ਜੀ ਕਹਿੰਦੇ ਸਾਡੀ ਇਹ ਹੋਮੇ ਵੀ ਗੁਰੂ ਦੇ ਕਿਰਪਾ ਕਰਕੇ ਗੁਰੂ ਨੇ ਅੰਦਰੋਂ ਧੋਤੀ ਹੈ। ਕਹੋ ਨਾਨਕ ਮੇਰੀ ਪਰਮ ਗਤ ਹੋਈ। ਇਸੇ ਤਰ੍ਹਾਂ ਇਹ ਪਰਮ ਗਤੀ, ਪਰਮ ਅਵਸਥਾ ਗੁਰੂ ਦੀ ਕਿਰਪਾ ਨਾਲ ਸਾਨੂੰ ਮਿਲੀ ਹੈ। ਹੁਣ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਜੀ ਉਸ ਜੋਗੀ ਨੂੰ ਅੱਗੇ ਕੁਝ ਉਪਦੇਸ਼ ਹੋਰ ਦਿੰਦੇ ਨੇ, ਤੇ ਜਿਵੇਂ ਦਾ ਉਪਦੇਸ਼ ਦੇਣਗੇ ਉਹ ਆਪਾਂ ਕੱਲ੍ਹ ਵਿਚਾਰਾਂਗੇ ਸਮੇਂ ਦੇ ਮੁਤਾਬਕ। ਇਤਨੀ ਬੇਨਤੀ ਪ੍ਰਵਾਨ ਕਰਨੀਆਂ ਹੋਈਆਂ ਭੁੱਲਾਂ ਦੀ ਖਿਮਾ। ਆਓ 1-2 ਮਿੰਟ ਹੋਰ ਰਸਨਾ ਦੇ ਨਾਲ ਹਾਜ਼ਰੀ ਲਵਾਈਏ, ਫਿਰ ਸਮਾਪਤੀ ਹੈ ਜੀ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ